ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਬੀਤੇ ਦਿਨੀ ਇਟਲੀ ਵਿੱਚ G7 ਇੰਡਸਟਰੀ ਅਤੇ ICT ਮਿਨਿਸਟਰਸ ਦੀ ਇੱਕ ਖਾਸ ਮੀਟਿੰਗ ਹੋਈ, ਜਿਸ ਵਿੱਚੋਂ ਕੈਨੇਡਾ ਦੀ ਮੇਜ਼ਬਾਨੀ ਕੀਤੀ ਮਿਨਿਸਟਰ ਆਫ ਸਾਇੰਸ, ਇਨੋਵੇਸ਼ਨ ਐਂਡ ਇਕਨੋਮਿਕ ਡਿਵੈਲਪਮੈਂਟ ਨਵਦੀਪ ਬੈਂਸ ਨੇ। ਕੀ ਕੁਝ ਰਿਹਾ ਇਸ ਮੀਟਿੰਗ ਵਿੱਚ ਖਾਸ, ਇਸ ਸੰਬੰਧੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਨਵਦੀਪ ਬੈਂਸ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ PTC ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਔਨ। ਜੀ ਨਵਦੀਪ ਜੀ, ਬੀਤੇ ਦਿਨੀ ਇਹ ਜਿਹੜੀ ਇਟਲੀ ਵਿੱਚ ਮੀਟਿੰਗ ਹੋਈ ਹੈ G7 ਇੰਡਸਟਰੀ ਤੇ ICT ਮਿਨਿਸਟਰਸ ਦੀ, ਜੀ ਵੱਖ-ਵੱਖ ਕੰਟਰੀਜ਼ ਨੇ ਇਸ ਵਿੱਚ ਪਾਰਟਿਸਿਪੇਟ ਕੀਤਾ। ਤੁਸੀਂ ਕੈਨੇਡਾ ਦੀ ਮੇਜ਼ਬਾਨੀ ਕੀਤੀ। ਹਮੇਸ਼ਾ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਕੈਨੇਡਾ ਨੂੰ ਐਜ਼ ਅ ਵਰਲਡ ਲੀਡਰ ਪ੍ਰੈਜ਼ੈਂਟ ਕੀਤਾ ਜਾਏ ਇਨੋਵੇਸ਼ਨ ਵਿੱਚ। ਜੀ ਕਿਸ ਤਰ੍ਹਾਂ ਦੇ ਮੁੱਦੇ ਵਿਚਾਰੇ ਗਏ ਇਸ ਤਹਿਤ? ਸੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਆ। ਕੈਨੇਡਾ ਦੀ ਓਵਰਆਲ ਰੈਪਿਊਟੇਸ਼ਨ ਪਿਛਲੇ 2 ਸਾਲਾਂ 'ਚ ਕਾਫੀ ਫਰਕ ਪਿਆ, ਟੂ ਬੀ ਓਨੈਸਟ ਵਿਥ ਯੂ, ਕਿਉਂਕਿ ਕਲਾਈਮੇਟ ਚੇਂਜ ਦੇ ਵਿੱਚ ਕਾਫੀ ਅਸੀਂ ਲੀਡਰਸ਼ਿਪ ਰੋਲ ਲੈ ਰਹੇ ਹਾਂ। ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਕਾਫੀ ਅਸੀਂ ਅਗਰੈਸਿਵ ਹੋ ਰਹੇ ਹਾਂ, ਇਨੋਵੇਸ਼ਨ ਦੇ ਵਿੱਚ ਵੀ। ਸੋ ਮੇਰਾ ਮਕਸਦ ਸੀਗਾ ਉੱਥੇ ਜਾਣ ਦਾ ਇਟਲੀ ਦੇ ਵਿੱਚ, ਟੂ ਟਾਕ ਟੂ ਦ ਡਿਫਰੈਂਟ G7 ਕੰਟਰੀਜ਼, ਟੂ ਟਾਕ ਅਬਾਊਟ ਦੀ ਇਨੋਵੇਸ਼ਨ ਏਜੰਡਾ। ਜ਼ਿਆਦਾ ਸਾਡਾ ਇਹ ਫੋਕਸ ਸੀਗਾ ਕਿ ਜਦੋਂ ਅਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ ਪਿਛਲੇ 25 30 40 ਸਾਲਾਂ ਤੋਂ ਵਿੱਚ ਹੀ, ਜਿਸ ਦੇ ਨਾਲ ਇਕੋਨਮੀਜ਼ ਗਰੋ ਹੋਈਆਂ, ਲੋਕਾਂ ਦੀ ਆਮਦਨ ਵਧੀ ਆ, ਲੋਕਾਂ ਦੀ ਕੁਆਲਿਟੀ ਲਾਈਫ ਇੰਪਰੂਵ ਹੋਈ ਆ, ਔਰ 'ਚ ਹਜੇ ਵੀ ਲੋਕ ਹੈ ਜਿਨ੍ਹਾਂ ਨੇ ਨਹੀਂ ਦੇਖੀ ਇੰਪਰੂਵਮੈਂਟ। ਜਿਸ ਤਰ੍ਹਾਂ ਅਸੀਂ ਬ੍ਰੈਕਸਿਟ ਦਾ ਵੀ ਦੇਖਿਆ ਹੈ, UK ਨਿਕਲ ਗਿਆ ਯੂਰਪ ਦੇ ਵਿੱਚੋਂ, ਟਰੰਪ ਬਾਰੇ ਅਸੀਂ US ਦੇ ਵਿੱਚ ਦੇਖਦੇ ਹਾਂ। ਸੋ ਅਸੀਂ ਇਹ ਕਹਿਣਾ ਚਾਹੁੰਦੇ ਸੀ ਕਿ ਜਿਹੜੀ ਇਨੋਵੇਸ਼ਨ ਦੀ ਗੱਲ ਕਰਦੇ ਹਾਂ ਜਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਸਾਨੂੰ ਲੋਕਾਂ ਦੀ ਸਕਿੱਲਸ 'ਤੇ ਵੀ ਫੋਕਸ ਹੋਣਾ ਚਾਹੀਦਾ, ਲੋਕਾਂ ਦੀ ਐਜੂਕੇਸ਼ਨ 'ਤੇ ਵੀ ਫੋਕਸ ਕਰਨਾ ਚਾਹੀਦਾ ਹੈ। ਐਂਡ ਮੇਨ ਮਕਸਦ ਇਹ ਹੋਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁੱਡ ਕੁਆਲਿਟੀ ਜੌਬਸ ਚਾਹੀਦੀਆਂ। ਜੇ ਜੌਬਸ ਨਹੀਂ ਹੈ, ਲੋਕਾਂ ਨੇ ਫਿਰ ਇਨੋਵੇਸ਼ਨ ਨੂੰ ਇੰਬਰੇਸ ਨਹੀਂ ਕਰਨਾ। ਸੋ ਇਹ ਸਾਡਾ ਨਿਸ਼ਾਨਾ ਸੀ ਮੀਟਿੰਗ ਦਾ। ਜੀ, ਜਦੋਂ ਵੀ ਇਸ ਤਰ੍ਹਾਂ ਦੇ ਸਮਿਟ ਹੁੰਦੇ ਆ ਤਾਂ ਹਰ ਕੰਟਰੀ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਪ੍ਰੈਜ਼ੈਂਟ ਕੀਤਾ ਜਾਏ ਜਿਸ ਤਰ੍ਹਾਂ ਗਲੋਬਲ ਬਿਜ਼ਨਸ ਉਸ ਕੰਟਰੀ ਵਿੱਚ ਇਨਵੈਸਟ ਕਰ ਸਕਣ। ਵਾਈ ਡੂ ਯੂ ਥਿੰਕ ਕੈਨੇਡਾ ਇਜ਼ ਦ ਬੈਸਟ ਡੈਸਟੀਨੇਸ਼ਨ ਫॉर them? ਸੋ ਅਸੀਂ ਜਿਹੜੇ ਆਪਣੇ G7 ਦੇ ਵਿੱਚ ਇੱਕ ਗੱਲ ਮੈਂ ਕੀਤੀ ਸੀ ਵਾਰ-ਵਾਰ, which was the Canada European Union Free Trade Agreement, September 21 ਨੂੰ ਇਹ ਲਾਗੂ ਹੋਈ ਆ। ਐਂਡ ਜਿਸ ਦੇ ਨਾਲ ਹੁਣ ਜਿਹੜੇ ਕੈਨੇਡੀਅਨ ਬਿਜ਼ਨੈਸਿਸ ਜਾਂ ਯੂਰਪ ਦੇ ਵਿੱਚ ਜਾ ਸਕਦੇ ਆ ਤਾਂ ਕੋਈ ਟੈਰਿਫ ਦੇਣ ਦੀ ਲੋੜ ਨਹੀਂ ਹੈ ਆਪਣੀ ਪ੍ਰੋਡਕਟ ਔਰ ਸਰਵਿਸਿਜ਼ ਲਈ। ਤੇ ਯੂਰਪ ਦੇ ਵਿੱਚ ਬਿਜ਼ਨਸ ਕੈਨੇਡਾ ਦੇ ਵਿੱਚ ਆਣ ਕੇ ਇਨਵੈਸਟ ਕਰ ਸਕਦੇ ਆ। ਐਂਡ ਸਾਡਾ ਜਿਹੜਾ ਮੇਨ ਸੈਲਿੰਗ ਪੁਆਇੰਟ ਹੈ ਕੈਨੇਡਾ ਦਾ, ਸਾਡੀ ਡਾਇਵਰਸਿਟੀ ਆ। ਤੁਸੀਂ ਕਿਸੇ ਵੀ ਕੰਪਨੀ ਨੂੰ ਜਾ ਕੇ ਪੁੱਛ ਲਓ ਕਿ ਤੁਹਾਡਾ ਨੰਬਰ 1 ਇਸ਼ੂ ਕੀ ਹੈ, ਉਹ ਹਮੇਸ਼ਾ ਕਹਿੰਦੇ ਟੈਲੈਂਟ ਐਂਡ ਪੀਪਲ। ਅੱਜ ਮੈਂ 2 ਕੰਪਨੀਜ਼ ਨੂੰ ਵਿਜ਼ਿਟ ਕੀਤਾ, ਇੱਕ ਫੂਡ ਪ੍ਰੋਸੈਸਿੰਗ ਕੰਪਨੀ ਸੀਗੀ, ਇੱਕ ਮੈਨੂਫੈਕਚਰਿੰਗ ਕੰਪਨੀ ਸੀਗੀ। ਤਾਂ ਦੋਨਾਂ ਨੂੰ ਪੁੱਛਿਆ ਤੁਹਾਡਾ ਨੰਬਰ 1 ਇਸ਼ੂ ਕੀ ਹੈ ਜਿਸ ਦੇ ਨਾਲ ਸਰਕਾਰ ਤੁਹਾਡੀ ਮਦਦ ਕਰ ਸਕਦੀ ਹੈ, ਜਿਸ ਦੇ ਨਾਲ ਤੁਸੀਂ ਗਰੋ ਕਰ ਸਕਦੇ। ਕਹਿੰਦੇ ਸਾਨੂੰ ਟੈਲੈਂਟ ਦੀ ਲੋੜ ਹੈ, ਸਾਨੂੰ ਸਕਿੱਲਸ ਦੀ ਲੋੜ ਹੈ, ਸਾਨੂੰ ਅਪ੍ਰੈਂਟਿਸਸ਼ਿਪ ਕੋਆਪ ਦੀ ਲੋੜ ਹੈ। ਸੋ ਜ਼ਿਆਦਾ ਪੀਪਲ ਫੋਕਸ 'ਤੇ। ਸੋ ਜਦੋਂ ਅਸੀਂ ਬਾਹਰ ਦੇ ਮੁਲਕਾਂ 'ਚ ਜਾਂਦੇ ਹਾਂ ਤਾਂ ਕੈਨੇਡਾ ਦੀ ਗੱਲ ਕਰਦੇ ਹਾਂ, ਹਮੇਸ਼ਾ ਡਾਇਵਰਸਿਟੀ ਦੀ ਗੱਲ ਕਰਦੇ ਹਾਂ। ਸੋ ਕੋਈ ਵੀ ਕੰਪਨੀ ਇੱਥੇ ਆਉਂਦੀ ਆ, ਇਨਵੈਸਟਮੈਂਟ ਕਰਦੀ ਆ, ਉਹਨਾਂ ਨੂੰ ਦੁਨੀਆ ਦੇ ਹਰ ਕੋਨੇ ਦਾ ਬੰਦਾ ਮਿਲਦਾ, ਹਰ ਕੋਨੇ ਦੀ ਵਿਚਾਰ ਸਲਾਹ ਮਿਲਦੀ ਆ। ਐਂਡ ਦੈਟਸ ਵਾਟ ਮੇਕਸ them competitive not only in Canada but globally. ਜੀ, ਬਟ ਜਿਸ ਤਰ੍ਹਾਂ ਤੁਸੀਂ ਸਕਿੱਲਸ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਹਾਲ ਹੀ ਵਿੱਚ ਪਿੱਛੇ ਅਸੀਂ ਦੇਖਿਆ ਸੀ ਕਿ ਇੱਕ ਖਾਸ ਇਸ ਤਰ੍ਹਾਂ ਦਾ ਵੀਜ਼ਾ ਚੇਂਜਸ ਲਿਆਂਦੇ ਗਏ ਜਿਸ ਨਾਲ ਸਕਿੱਲ ਕੈਟੇਗਰੀ ਜੋ ਹੈ ਬਹੁਤ ਜਲਦੀ ਇੱਧਰ ਆ ਪਹੁੰਚ ਸਕਦੇ ਹਨ। ਵਿਦਨ ਲਾਈਕ 20 days ਦੇ ਗੈਟ देयर ਵੀਜ਼ਾ ਐਂਡ ਦੇ ਰੀਚ ਇਨ ਕੈਨੇਡਾ। ਕੀ ਤੁਹਾਨੂੰ ਲੱਗਦਾ ਹੈ ਕਿ ਉਸ ਜਿਹੜੇ ਚੇਂਜਸ ਹੋਏ ਸੀ ਉਸ ਨਾਲ ਬਦਲਾਵ ਹੋਏ ਨੇ ਤੇ ਸਕਿੱਲ ਕੈਟੇਗਰੀ ਵਿੱਚ ਇੱਧਰ ਪਹੁੰਚ ਰਹੇ ਨੇ ਇਮੀਗ੍ਰੈਂਟਸ? ਹਾਂਜੀ, ਸੋ ਫੀਡਬੈਕ ਸਾਨੂੰ ਮਿਲ ਰਹੀ ਆ। ਅਸੀਂ ਇਸ ਚੀਜ਼ ਦਾ ਬੜਾ ਖਿਆਲ ਰੱਖ ਰਹੇ ਹਾਂ। ਉਹ ਸੀਗਾ ਗਲੋਬਲ ਸਕਿੱਲ ਸਟ੍ਰੈਟਜੀ। ਅਸੀਂ 2 ਵੀਕ ਦਾ ਵੀਜ਼ਾ ਪ੍ਰੋਸੈਸਿੰਗ ਦੀ ਕਮਿਟਮੈਂਟ ਕੀਤੀ ਹੈ ਤੇ 2 ਵੀਕ ਕਹਿ ਦਿਓ ਲੇਬਰ ਦਾ ਪ੍ਰੋਸੈਸ ਆ। ਸੋ ਅਸੀਂ ਲੋਕਾਂ ਨੂੰ ਇਹ ਕਹਿ ਰਹੇ, ਕੰਪਨੀਜ਼ ਨੂੰ ਇਹ ਕਹਿ ਰਹੇ ਹਾਂ ਕਿ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਿ 2 ਹਫ਼ਤੇ ਦੇ ਵਿੱਚ ਨਹੀਂ ਲੋਕ ਇੱਥੇ ਪਹੁੰਚ ਰਹੇ, ਸਾਨੂੰ ਦੱਸੋ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਤੇ ਕੰਪਨੀ ਆ, ਸੇ ਉਹ 4 ਬੰਦੇ ਆ, 5 ਬੰਦੇ ਆ, ਤਾਂ 6ਵਾਂ ਬੰਦਾ ਲਿਆ ਕੇ ਤਾਂ 10-15 ਬੰਦੇ ਤੱਕ ਜਾ ਸਕਦੇ ਆ। ਸੋ ਦੇ ਕੈਨ ਇਨਕਰੀਜ਼ देयर ਕੰਪਨੀ ਸਾਈਜ਼। ਅਸੀਂ ਕਹਿੰਦੇ ਹਾਂ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਲੈਟ ਅਸ ਨੋ। ਪਰ ਇਹ ਜਿਹੜੀ ਗਲੋਬਲ ਸਕਿੱਲ ਸਟ੍ਰੈਟਜੀ ਆ, it is truly a differentiating value proposition that really helps Canada on the global scale, and more importantly it helps Canadian companies to grow, to create more Canadian jobs. जी, okay, coming back to your Italy visit, ਹਮੇਸ਼ਾ ਫੋਕਸ ਰਿਹਾ ਹੈ ਮਿਡਲ ਕਲਾਸ ਤੇ, ਹਾਂਜੀ, ਨਾਲ ਇਕਨੋਮੀ ਤੇ। ਇਹ ਜਿਹੜਾ ਹੁਣ ਸਮਿਟ ਹੋਇਆ, ਤੁਹਾਨੂੰ ਕੀ ਲੱਗਦਾ ਹੈ ਕਿ ਜਿੰਨੇ ਵੀ ਕੰਟਰੀਜ਼ ਉੱਥੇ ਪਾਰਟਿਸਿਪੇਟ ਕੀਤਾ G7 ਕੰਟਰੀਜ਼ ਨੇ, ਤਾਂ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਉਹ ਮਿਡਲ ਕਲਾਸ ਤੇ ਜਿਹੜਾ ਫੋਕਸ ਹੈ ਉਹ ਇਸ ਮੀਟਿੰਗ ਤੋਂ ਬਾਅਦ ਉਸ ਨੂੰ ਤਵੱਜੋ ਦਿੱਤੀ ਜਾ ਸਕਦੀ ਹੈ? ਸੋ ਅਗਲੇ ਸਾਲ ਕੈਨੇਡਾ ਹੋਸਟ ਕਰੋਗੇ G7 ਕੰਟਰੀਜ਼ ਨੂੰ ਕਬੈਕ ਦੇ ਵਿੱਚ, ਸ਼ਾਰਲੇਵੋਆ ਦੇ ਵਿੱਚ। ਸੋ ਸਾਡਾ ਇਹੀ ਥੀਮ ਸੀ, ਇਹੀ ਫੋਕਸ ਸੀਗਾ। ਅਸੀਂ ਉਹਨੂੰ ਇਨਕਲੂਸਿਵ ਰੂਪ ਦੇ ਵਿੱਚ ਪਾਇਆ। ਇਨਕਲੂਸਿਵ ਭਾਵ ਇਹ ਕਹਿੰਦਾ ਹੈ ਕਿ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਆ ਤੇ ਸ਼ਹਿਰਾਂ 'ਚ ਰਹਿੰਦੇ, ਉਹਨਾਂ 'ਚ ਕਾਫੀ ਫਰਕ ਆ ਇੰਟਰਨੈਟ ਸਰਵਿਸ 'ਚ, ਡਿਜੀਟਲ ਇਨਫਰਾਸਟ੍ਰਕਚਰ 'ਚ, ਉਹਦਾ ਕਿੱਦਾਂ ਹੱਲ ਲੱਭੀਏ।
ਅਸੀਂ ਗੱਲ ਕਰਦੇ ਜਿਹੜੇ ਅਮੀਰ ਲੋਕ ਆ ਉਹ ਮਹਿੰਗੀ ਤੋਂ ਮਹਿੰਗਾ ਇੰਟਰਨੈਟ ਲੈ ਸਕਦੇ, ਸਪੀਡ ਲੈ ਸਕਦੇ, ਪਰ ਜਿਹੜੇ ਲੋਕ ਜਿਹੜੇ ਸਟਰਗਲ ਕਰਦੇ ਆ, ਜਿਹਨੇ ਜੌਬਸ ਨਹੀਂ ਸਟਰੋਂਗ, ਉਹਨਾਂ ਨੂੰ ਇੰਟਰਨੈਟ ਦੀ ਐਕਸੈਸ ਹੈ ਨਹੀਂ ਗੀ। ਅਸੀਂ ਗੱਲ ਕਰਦੇ ਕਿ ਜਿਹੜੇ ਬੱਚੇ ਆ ਕਿ ਉਹਨਾਂ ਨੂੰ ਕੋਡਿੰਗ ਜਾਂ ਟ੍ਰੇਨਿੰਗ ਮਿਲ ਰਹੀ ਜਾਂ ਨਹੀਂ। ਸੋ ਇੱਦਾਂ ਦੇ ਕਾਫੀ ਐਗਜ਼ਾਮਪਲ ਸੀ ਜਿਹਦੇ ਬਾਰੇ ਅਸੀਂ ਗੱਲ ਕੀਤੀ। ਇਨਫਰਾਸਟ੍ਰਕਚਰ ਇਨਵੈਸਟਮੈਂਟ, ਸਕਿੱਲਸ ਟ੍ਰੇਨਿੰਗ, ਕੋਡਿੰਗ, ਲਾਈਫ ਲੌਂਗ ਲਰਨਿੰਗ, ਜਿਸ ਦੇ ਨਾਲ ਮਿਡਲ ਕਲਾਸ ਨੂੰ ਬੈਨੀਫਿਟ ਹੋਊਗਾ ਜੀ। ਤਾਂ ਅਗਲੇ ਸਾਲ ਜੋ ਕੈਨੇਡਾ ਹੋਸਟ ਕਰੂਗਾ, ਅਸੀਂ ਇਸ ਚੀਜ਼ਾਂ ਨੂੰ ਅਫੋਰਡ ਕਰੋਗੇ। ਅਸੀਂ ਕੈਨੇਡਾ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਮਾਡਲ ਬਣਾ ਰਹੇ ਹਾਂ ਜਿਸ ਦੇ ਨਾਲ ਮਿਡਲ ਕਲਾਸ ਦੀ ਮਦਦ ਕੀਤੀ ਜਾ ਰਹੀ ਹੈ, ਇਕੋਨਮੀ ਨੂੰ ਗਰੋ ਕੀਤਾ ਜਾਊਗਾ, ਜੌਬਸ ਕ੍ਰੀਏਟ ਕੀਤੀਆਂ ਜਾਊਗੀਆਂ। ਤਾਂ ਅਸੀਂ ਚਾਹੁੰਦੇ ਕਿ ਦੂਜੇ ਮੁਲਕ ਵੀ ਇਸ ਮਾਡਲ ਨੂੰ ਅਡਾਪਟ ਕਰਨ ਜੀ। ਹਾਲ ਹੀ ਵਿੱਚ ਤੁਹਾਡੇ ਵੱਲੋਂ 1.5 ਮਿਲੀਅਨ ਦੀ ਇੱਕ ਇਨਵੈਸਟਮੈਂਟ ਕੀਤੀ ਗਈ ਹੈ ਡਿਜੀਟਲ ਨੂੰ ਮੁੱਖ ਰੱਖਦੇ ਹੋਏ, ਜਿਵੇਂ ਤੁਸੀਂ ਕਿਹਾ ਕਿ ਇੰਟਰਨੈਟ ਇਜ਼ ਦਾ ਪ੍ਰਾਇਓਰਿਟੀ। ਸਕੂਲਸ ਵਿੱਚ ਕੰਪਿਊਟਰਸ ਲਗਾਏ ਗਏ ਨੇ। ਇਸ ਤਹਿਤ ਹੋਰ ਕੀ ਕੁਝ ਕੀਤਾ ਜਾ ਰਿਹਾ ਹੈ ਕਿ ਜਿਹੜਾ ਇੱਕ ਡਿਜੀਟਲ ਜੋ ਹੈਗੀ ਹੈ ਚੀਜ਼ ਉਹ ਲੋਕਾਂ ਤੱਕ ਪਹੁੰਚਾਈ ਜਾ ਸਕੇ? ਸੋ ਇੱਕ ਤਾਂ ਅਸੀਂ ਫੋਕਸ ਕਰ ਰਹੇ ਹਾਂ ਕੋਡਿੰਗ। ਸੋ ਇਹਦਾ ਭਾਵ ਕਹਿੰਦਾ ਕਿ ਜਿਹੜੇ ਛੋਟੇ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਕੋਡਿੰਗ ਲੈਂਗੁਏਜ, ਜਿਹੜੀ ਕੰਪਿਊਟਰ ਲੈਂਗੁਏਜ ਆ ਉਹ ਸਿੱਖਣ ਯੰਗ ਏਜ ਤੋਂ, ਜਿਸ ਦੇ ਨਾਲ ਉਹਨਾਂ ਦੀ ਡਿਜੀਟਲ ਸਕਿੱਲਸ ਆ, ਕੰਪਿਊਟਰ ਦੇ ਨਾਲ ਕੰਫਰਟ ਆ, ਟੈਕਨੋਲੋਜੀ ਨਾਲ ਕੰਫਰਟ ਵਧੇ। ਦੂਜਾ ਅਸੀਂ ਫੋਕਸ ਕਰ ਰਹੇ ਹਾਂ ਕਿ ਇਨਫਰਾਸਟ੍ਰਕਚਰ ਤੇ। ਮੈਂ ਨਨਵਿਟ 'ਚ ਗਿਆ ਸੀਗਾ ਅਪ ਨਾਰਥ ਕੈਲੋਵੇਟ ਦੇ ਵਿੱਚ। ਅਸੀਂ $50 ਮਿਲੀਅਨ ਇਨਵੈਸਟਮੈਂਟ ਕੀਤੀ ਹੈ ਜੀ ਇਨ ਰੂਰਲ ਐਂਡ ਰਿਮੋਟ ਕਨੈਕਟੀਵਿਟੀ। ਅਸੀਂ ਅਫੋਰਡੇਬਿਲਿਟੀ ਦੀ ਗੱਲ ਕਰਦੇ ਹਾਂ। ਸੋ ਜਿਹੜੇ ਲੋਕ $30-40 ਹਜ਼ਾਰ ਡਾਲਰ ਬਣਾਉਂਦੇ ਆ ਤੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਮਹਿੰਗਾ ਇੰਟਰਨੈਟ ਜਾਂ ਆਪਣਾ ਹਾਈ ਸਪੀਡ ਇੰਟਰਨੈਟ, ਅਸੀਂ ਉਹਨਾਂ ਲਈ $15 ਦੇ ਫੋਨ ਪਲਾਨ ਜਾਂ ਇੰਟਰਨੈਟ ਪਲਾਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਟੈਲੀਕਮਿਊਨੀਕੇਸ਼ਨ ਕੰਪਨੀ ਦੇ ਨਾਲ। ਸੋ ਇਹਦੇ ਕਾਫੀ ਐਗਜ਼ਾਮਪਲਸ ਆ ਜਿੱਥੇ ਅਸੀਂ ਇੰਟਰਨੈਟ ਬਾਰੇ, ਸਪੀਡ, ਐਕਸੈਸ ਐਂਡ ਇਨਫਰਾਸਟ੍ਰਕਚਰ 'ਤੇ ਕਾਫੀ ਫੋਕਸ ਕਰ ਰਹੇ ਹਾਂ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 2018 ਵਿੱਚ ਕੈਨੇਡਾ ਮੇਜ਼ਬਾਨੀ ਕਰੇਗਾ G7 ਸਮਿਟ ਦੀ, ਬੇਸ਼ੱਕ ਉਸ ਵਿੱਚ ਫੋਕਸ ਹੋਏਗਾ ਮਿਡਲ ਕਲਾਸ ਤੇ। ਹੋਰ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਵੱਲੋਂ ਉਸ ਸਮਿਟ ਲਈ? ਸੋ ਇਟਸ अर्ਲੀ ਸਟੇजेस, ਹਜੇ ਅਸੀਂ ਫਾਈਨਲਾਈਜ਼ ਨਹੀਂ ਕੀਤਾ। ਅਸੀਂ ਦੇਖਣਾ ਚਾਹੁੰਦੇ ਹਾਂ ਕਿਉਂਕਿ ਪਿਛਲੇ G7 ਦੇ ਵਿੱਚ ਕਲਾਈਮੇਟ ਚੇਂਜ ਬਾਰੇ ਕਾਫੀ ਜ਼ਿਕਰ ਹੋਇਆ ਸੀ। ਅਸੀਂ ਹੁਣ ਦੇਖਣਾ ਚਾਹੁੰਦੇ ਹਾਂ ਕਿ ਕਿਤੇ ਅਸੀਂ ਫੋਕਸ ਕਰਨਾ ਚਾਹੁੰਦੇ ਹਾਂ। ਅਸੀਂ ਫਾਈਨਲਾਈਜ਼ ਨਹੀਂ ਕੀਤਾ। ਇਹ ਡਿਸੀਜਨ ਪ੍ਰਾਈਮ ਮਿਨਿਸਟਰ ਲਊਗਾ ਆਫ ਕੈਨੇਡਾ, ਪਰ ਅਸੀਂ ਚਾਹੁੰਦੇ ਕਿ ਇੱਕ ਥੀਮ ਇਨੋਵੇਸ਼ਨ ਜ਼ਰੂਰ ਹੋਵੇ। ਅਸੀਂ ਮਿਡਲ ਕਲਾਸ ਦੀ ਗੱਲ ਕਰਦੇ, ਜੌਬਸ ਦੀ ਗੱਲ ਕਰਦੇ। ਸੋ ਅਸੀਂ ਰਾਈਟ ਨਾਓ ਜਿਹੜੇ ਦੂਜੇ G7 ਕੰਟਰੀਜ਼ ਆ ਉਹਨਾਂ ਨਾਲ ਵੀ ਵਿਚਾਰ ਕਰ ਰਹੇ ਹਾਂ ਤੇ ਅਸੀਂ ਆਪ ਵੀ ਡਿਵੈਲਪ ਕਰ ਰਹੇ ਹਾਂ ਆਪਣੀ ਥੀਮਸ। ਤੇ ਫਾਈਨਲਾਈਜ਼ ਕੀਤੀਆਂ ਜਾਊਂਗੇ ਇਨ ਦ ਨੈਕਸਟ ਫਿਊ ਮੰਥਸ। ਜੀ, ਤੁਹਾਡੀ ਇਟਲੀ ਵਿਜ਼ਿਟ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਜਾਰੀ ਰਹੇਗੀ, ਪਰ ਫਿਲਹਾਲ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਮਿਨਿਸਟਰ ਆਫ ਸਾਇੰਸ, ਇਨੋਵੇਸ਼ਨ ਐਂਡ ਇਕਨੋਮਿਕ ਡਿਵੈਲਪਮੈਂਟ ਨਵਦੀਪ ਬੈਂਸ ਦੇ ਨਾਲ ਉਹਨਾਂ ਦੀ ਹਾਲ ਹੀ ਵਿੱਚ ਹੋਈ ਇਟਲੀ ਵਿਜ਼ਿਟ ਬਾਰੇ। ਨਵਦੀਪ ਜੀ, ਕੈਨੇਡਾ ਨੇ ਹਮੇਸ਼ਾ ਡਾਇਵਰਸਿਟੀ ਨੂੰ ਪ੍ਰਮੁੱਖ ਰੱਖਿਆ ਹੈ ਕਿਉਂਕਿ ਇੱਕ ਰਿਲੀਜੀਅਸ ਰਾਈਟਸ, ਫਰੀडम ਹੈਗੀ ਹੈ ਮਾਈਨੋਰਿਟੀਜ਼ ਨੂੰ। ਤੁਹਾਡਾ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਬੀਇੰਗ ਅ ਸਿੱਖ, ਯੂ ਆਰ ਅ ਮਿਨਿਸਟਰ। ਹੁਣ ਜਦੋਂ ਤੁਸੀਂ ਇਟਲੀ ਵਿਜ਼ਿਟ ਕੀਤਾ ਤਾਂ ਉਧਰ ਸਿੱਖਾਂ ਨੂੰ ਇੱਕ ਮੁੱਦਾ ਚੱਲ ਰਿਹਾ ਸਿੱਖਾਂ ਦਾ ਕਿ ਕਿਰਪਾਨ ਪਾਉਣ ਤੇ ਰੋਕ ਲਗਾਈ ਗਈ ਹੈ, ਕਿ ਤੁਹਾਡੇ ਵੱਲੋਂ ਇਹ ਮੁੱਦਾ ਉੱਥੇ ਇਟਾਲੀਅਨ ਅਫੀਸ਼ੀਅਲਸ ਨਾਲ ਉਠਾਇਆ ਗਿਆ? ਬਿਲਕੁਲ ਜੀ। ਤੁਸੀਂ ਜਿਹੜੀ ਪਹਿਲੀ ਗੱਲ ਕਹੀ ਆ, ਇਟਸ ਵੈਰੀ ਇੰਪੋਰਟੈਂਟ ਟੂ ਨੋਟ ਕਿ ਕੈਨੇਡਾ ਦੇ ਵਿੱਚ ਡਜ਼ਨਟ ਮੈਟਰ ਤੁਸੀਂ ਕਿੱਥੋਂ ਤੁਹਾਡਾ ਜਨਮ ਹੋਇਆ, ਤੁਹਾਡੇ ਕੀ ਰੰਗ ਆ, ਕਿਹੜੀ ਬੋਲੀ ਤੁਸੀਂ ਬੋਲਦੇ ਆ, ਤੁਹਾਡਾ ਪਿਛੋਕੜ ਕੀ ਆ, ਅਸੀਂ ਸਾਰੇ ਬਰਾਬਰ ਆ। ਇਕੁਆਲਿਟੀ, ਇਹ ਜਿਹੜੀ ਇਕੁਆਲਿਟੀ ਆ ਸਾਡੀ ਕਨਸਟੀਟਿਊਸ਼ਨ ਦੇ ਵਿੱਚ ਆ। ਪਿੱਛੇ ਤੁਸੀਂ ਜੇ ਦੇਖਦੇ ਆ ਡਿਫਰੈਂਟ ਚਾਰਟਰਸ, ਡਿਫਰੈਂਟ ਲੈਂਗੁਏਜ ਦੇ ਵਿੱਚ ਚਾਰਟਰ ਰਾਈਟਸ ਐਂਡ ਫਰੀडम ਹੈ ਜਿਹੜੇ ਸਾਰਿਆਂ ਨੂੰ ਉਹ ਬਰਾਬਰ ਦੇ ਹੱਕ ਮਿਲਦੇ ਆ, ਬਰਾਬਰ ਦੀ ਜ਼ਿੰਮੇਵਾਰੀਆਂ ਮਿਲਦੀਆਂ। ਐਂਡ ਸੋ ਜਦੋਂ ਮੈਂ ਇਟਲੀ ਗਿਆ ਉੱਥੇ ਮੈਨੂੰ ਮੌਕਾ ਮਿਲਿਆ ਲੋਕਲ ਸਿੱਖ ਸੰਗਤ ਨਾਲ ਮਿਲਣ ਦਾ। ਅਸੀਂ ਕਾਫੀ ਵਿਚਾਰ ਕੀਤਾ, ਮੈਂ ਆਪਣਾ ਐਕਸਪੀਰੀਅੰਸ ਦੱਸਿਆ। ਇੱਥੇ ਦਾ ਮੇਰਾ ਜਨਮ ਆ, ਇੱਥੇ ਮੇਰੇ ਨਾਨਾ ਨਾਨੀ ਨੇ ਮੈਨੂੰ ਪਾਲਿਆ, ਇੱਥੇ ਮੈਂ ਪੰਜਾਬੀ ਸਿੱਖੀ ਜੀ, ਇੱਥੇ ਮੈਨੂੰ ਮੌਕਾ ਮਿਲਿਆ ਆਪਣੇ ਧਰਮ ਨੂੰ ਪ੍ਰੈਕਟਿਸ ਕਰਨ ਦਾ। ਤਾਂ ਕਦੀ ਵੀ ਮੈਂ ਮਹਿਸੂਸ ਨਹੀਂ ਕੀਤਾ ਕਿ ਆਈ ਟੂ ਚੂਜ਼ ਬਿਟਵੀਨ ਮਾਈ ਫੇਥ, ਮਾਈ ਧਰਮ ਐਂਡ ਮਾਈ ਜੌਬ। ਸੋ ਜਦੋਂ ਉੱਥੇ ਗਿਆ ਇਟਲੀ ਨਾਲ ਗੱਲ, ਉੱਥੇ ਜਾ ਕੇ ਸਿੱਖ ਸੰਗਤ ਨੂੰ ਮਿਲਿਆ ਤਾਂ ਉਹਨਾਂ ਨਾਲ ਵਿਚਾਰ ਕੀਤੇ। ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਐਂਡ ਉਸ ਐਕਸਪੀਰੀਅੰਸ ਦੇ ਮੁਤਾਬਿਕ ਫਿਰ ਜਿਹੜੇ ਉਹਨਾਂ ਨੇ ਗੱਲਾਂ ਮੈਨੂੰ ਦੱਸੀਆਂ, ਮੈਂ ਆਲਰੇਡੀ ਪਹਿਲਾਂ ਉਹਨਾਂ ਜਿਹੜੇ ਮਿਨਿਸਟਰ ਆਫ ਇਕਨੋਮਿਕ ਡਿਵੈਲਪਮੈਂਟ ਸੀ ਉਹਨਾਂ ਵੀ ਗੱਲ ਕੀਤੀ ਐਂਡ ਫੋਰਨ ਅਫੇਅਰਸ ਦੇ ਦਫ਼ਤਰ ਤੋਂ ਮਿਨਿਸਟਰ ਨਾਲ ਵੀ ਗੱਲ ਕੀਤੀ। ਮੈਂ ਉਹਨਾਂ ਦੱਸਿਆ ਕਿ ਲੋਕ ਮੈਂ ਸਿੱਖ ਸੰਗਤ ਨੂੰ ਮਿਲਣ ਚੱਲਾ, ਤੁਹਾਡੇ ਮੁਲਕ ਆਇਆ। ਮੈਂ ਇਹ ਨਹੀਂ ਦੱਸਣਾ ਕਿ ਤੁਸੀਂ ਕਿੱਦਾਂ ਦੇ ਕਾਨੂੰਨ ਬਣਾਓ, ਤੁਸੀਂ ਵੱਖਰਾ ਮੁਲਕ ਆ, ਤੁਹਾਡੀ ਆਪਣੀ ਕੰਮ ਕਰਨ ਦਾ ਤਰੀਕਾ ਹੈ, ਪਰ ਮੈਂ ਕੈਨੇਡਾ ਦੀ ਐਗਜ਼ਾਮਪਲ ਦੇ ਸਕਦਾ, ਮੈਂ ਆਪਣੇ ਮੁਲਕ ਦੀ ਦੇ ਸਕਦਾ, ਮੈਂ ਚਾਰਟਰ ਦੀ ਗੱਲ ਕਰ ਸਕਦਾ। ਤਾਂ ਉਹ ਬੜਾ ਪੋਜ਼ਿਟਿਵ ਰਿਸਪੌਂਸ ਮਿਲਿਆ ਮੈਨੂੰ ਜਿਹੜੇ ਆਪਣੇ ਗਵਰਨਮੈਂਟ ਅਫੀਸ਼ੀਅਲ ਸੀਗੇ, ਇਟਾਲੀਅਨ ਗਵਰਨਮੈਂਟ ਅਫੀਸ਼ੀਅਲਸ। ਜਦੋਂ ਮੈਂ ਗੱਲ ਕੀਤੀ ਕਿਰਪਾਨ ਬਾਰੇ, ਮੈਂ ਕਿਹਾ ਲੋਕ ਮੈਂ ਆਪ ਕਿਰਪਾਨ ਪਾਉਂਦਾ ਜੀ, ਮੈਂ ਹਾਊਸ ਆਫ ਕਾਮਰਸ 'ਚ ਪਾਉਂਦਾ। ਜਦੋਂ ਮੈਂ ਵਾਈਟ ਹਾਊਸ ਗਿਆ ਮੈਂ ਉੱਥੇ ਬਰਾਕ ਓਬਾਮਾ, ਪ੍ਰੈਜ਼ੀਡੈਂਟ ਓਬਾਮਾ ਨੇ ਮੈਨੂੰ ਉੱਥੇ ਪਾਈ।
ਸੋ ਜੇ ਮੈਨੂੰ ਮੌਕਾ ਮਿਲਦਾ ਪਾਉਣ ਦਾ ਐਂਡ ਇਟਸ ਨਾਟ ਅ ਵੈਪਨ, ਇੱਥੇ ਇਟਲੀ ਦੇ ਵਿੱਚ ਕੀ ਇਸ਼ੂ ਆ, ਰਾਈਟ? ਸੋ ਉਹਨਾਂ ਨੇ ਆਪਣਾ ਦੱਸਿਆ ਲਾਜ਼ ਬਾਰੇ ਕੀ ਇਸ਼ੂ ਆ, ਉਹਨੂੰ ਵੈਪਨ ਕਾਹਤੇ ਗਿਣਦੇ, ਤੇਰਾ ਸੋਲੂਸ਼ਨ ਲੱਭਣ ਦੀ ਕਿੱਦਾਂ ਕੋਸ਼ਿਸ਼ ਕਰ ਰਹੇ ਆ। ਸੋ ਫਿਰ ਮੈਂ ਗੁਰਬਾਜ ਸਿੰਘ ਮੁਲਤਾਨੀ ਦੀ ਐਗਜ਼ਾਮਪਲ ਦਿੱਤੀ। ਇਹ ਜਿਹੜਾ ਕੇਸ ਹੈ ਸੁਪਰੀਮ ਕੋਰਟ ਤੱਕ ਗਿਆ ਜੀ। ਯੰਗ ਬॉय ਫਰਮ ਮੌਂਟਰੀਅਲ ਵਾਂਟਡ ਟੂ ਵੇਅਰ ਕਿਰਪਾਨ, ਉੱਥੇ ਨੂੰ ਰੋਕਿਆ ਗਿਆ ਜੀ। ਫਿਰ ਸੁਪਰੀਮ ਕੋਰਟ ਨੇ ਯੂਨੈਨਿਮਸਲੀ ਸਾਰੇ ਜੱਜਸ ਨੇ ਕਿਹਾ ਕਿ ਪਾ ਸਕਦਾ ਕਿਰਪਾਨ, ਕਿਉਂਕਿ ਕਿਰਪਾਨ ਇਜ਼ ਨਾਟ ਅ ਵੈਪਨ। ਸੋ ਕਹਿੰਦੇ ਸਾਨੂੰ ਜਿਹੜਾ ਕੇਸ ਲਾ ਭੇਜ ਸਕਦੇ ਹਾਂ, ਅਸੀਂ ਇਹਨੂੰ ਦੇਖ ਕੇ ਅਸੀਂ ਵੀ ਆਪਣੇ ਲਾਜ਼ ਨੂੰ, ਆਪਣੀ ਜਿਹੜੀ ਸੋਚ ਨੂੰ ਐਡਜਸਟ ਕਰ ਸਕਦੇ। ਸੋ ਬੜੀ ਪੋਜ਼ਿਟਿਵ ਗੱਲਬਾਤ ਹੋਈ। ਜਿਹੜੀ ਲੋਕਲ ਸਿੱਖ ਸੰਗਤ ਨੇ ਵੀ ਮੈਂ ਇਹੀ ਦੱਸਿਆ, ਮੈਂ ਕਿ ਲੋਕ ਮੈਂ ਤੁਹਾਨੂੰ ਦੱਸਣ ਨਹੀਂ ਆ ਰਿਹਾ, ਮੈਂ ਸੁਣਨ ਨੂੰ ਆ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਪੱਖੋਂ ਐਜ਼ ਅ ਕੈਨੇਡੀਅਨ at an official level, at a diplomatic level, at a political level, ਅਸੀਂ ਜ਼ਰੂਰ ਤੁਹਾਡੀ ਗੱਲ ਅੱਗੇ ਪਹੁੰਚਾਉਂਗੇ। ਪਰ ਬਹੁਤ ਜ਼ਰੂਰੀ ਕਿ ਤੁਸੀਂ ਆਪ ਇੰਗੇਜ ਹੋ ਜੀ, ਕਿ ਤੁਸੀਂ ਆਪ ਡਾਇਰੈਕਟਲੀ ਆਪਣੇ ਜਿਹੜੇ ਲੋਕਲ ਪੋਲੀਟੀਸ਼ੀਅਨਸ ਉਹਨਾਂ ਨੂੰ ਗੱਲ ਦੱਸੋ, ਕਿਉਂਕਿ ਤੁਸੀਂ 1 ਲੱਖ ਆਬਾਦੀ ਤੋਂ ਜ਼ਿਆਦਾ ਉੱਥੇ ਆ ਆਪਣੇ ਪੰਜਾਬੀਆਂ ਦੀ ਤੇ ਸਿੱਖਾਂ ਦੀ। ਸੋ ਮੈਂ ਕਿਹਾ ਤੁਹਾਡੀ ਗਿਣਤੀ ਵੀ ਆ, ਤੁਹਾਡੀ ਸੋਚਣੀ ਵੀ ਚੰਗੀ ਆ, ਤੁਹਾਨੂੰ ਮੁਲਕ ਵੀ ਪਿਆਰਾ ਲੱਗਦਾ, ਮੁਲਕ ਵੀ ਤੁਹਾਨੂੰ ਬਹੁਤ ਵਧੀਆ ਆ, ਤੁਹਾਨੂੰ ਇੱਥੇ ਬਹੁਤ ਓਪਰਚੁਨਿਟੀਜ਼ ਮਿਲੀਆਂ, ਤੁਹਾਡੇ ਬੱਚਿਆਂ ਨੂੰ ਵੀ ਗਾਂ ਮਿਲ ਰਹੀਆਂ। ਸੋ ਯੂ ਸ਼ੁੱਡ ਬੀ ਇੰਗੇਜ ਇਨ ਦ ਪੋਲੀਟੀਕਲ ਪ੍ਰੋਸੈਸ। ਮੇਰੀ ਤਾਂ ਇਹੀ ਉਹਨਾਂ ਨੂੰ ਐਡਵਾਈਸ ਸੀਗੀ। ਮੈਂ ਤੁਹਾਨੂੰ ਦੱਸਣ ਨਹੀਂ ਆਇਆ, ਮੈਂ ਤਾਂ ਸਿਰਫ ਆਪਣੇ ਕੈਨੇਡਾ ਦੇ ਵਿੱਚ ਦੱਸ ਰਿਹਾ ਕਿ ਅਸੀਂ ਇੰਗੇਜਡ ਹਾਂ, ਤੁਹਾਨੂੰ ਵੀ ਹੋਣਾ ਚਾਹੀਦਾ। ਸੋ ਇਟਸ ਅ ਵੈਰੀ ਪੋਜ਼ਿਟਿਵ ਮੀਟਿੰਗ ਐਂਡ ਉਹਨਾਂ ਨੇ ਆਪਣੀ ਕਿਰਪਾਨ ਦੀ ਗੱਲ ਕੀਤੀ, ਆਪਣੇ ਐਗਜ਼ਾਮਪਲ ਦਿੱਤੇ, ਪਰ ਓਵਰਆਲ ਆਈ ਥਿੰਕ ਦੇ ਆਰ ਵੈਰੀ ਆਪਟਿਮਿਸਟਿਕ ਦੈਟ ਦੇ ਵਿਲ ਫਾਈਂਡ ਅ ਸੋਲੂਸ਼ਨ। ਜੀ, ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਸ ਦਾ ਸੋਲੂਸ਼ਨ ਜਲਦੀ ਨਿਕਲੇ। ਜਦੋਂ ਵੀ G7 ਅਸੀਂ ਕਹੀਏ ਇੰਡਸਟਰੀ ਜਾਂ ICT ਮਿਨਿਸਟਰਸ ਇਕੱਠੇ ਹੁੰਦੇ ਆ ਤਾਂ ਇੱਕ ਏਜੰਡਾ ਹੁੰਦਾ ਹੈ ਟ੍ਰੇਡ ਐਂਡ ਇਕਨੋਮੀ। ਹਾਂਜੀ, ਹੁਣ ਜਦੋਂ ਤੁਸੀਂ ਪ੍ਰੈਜ਼ੈਂਟ ਕੀਤਾ ਕਿ ਕੈਨੇਡਾ ਇਜ਼ ਦਾ ਬੈਸਟ ਡੈਸਟੀਨੇਸ਼ਨ ਫॉर ਆਲ ਗਲੋਬਲ ਬਿਜ਼ਨਸ ਲੀਡਰਸ ਟੂ ਕਮ ਐਂਡ ਇਨਵੈਸਟ ਇਨ ਕੈਨੇਡਾ, ਪਰ ਦੂਜੇ ਪਾਸੇ ਜੇ US ਵੱਲ ਦੇਖੀਏ ਤਾਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਹਾਂ ਕਿ ਇੱਕ ਟ੍ਰੇਡ ਵਾਰ ਸ਼ੁਰੂ ਹੋ ਚੁੱਕੀ ਹੈ। ਨੋ ਡਾਊਟ ਕਿ US ਨਾਲ ਜਿਹੜੀ ਹੁਣ ਅਸੀਂ ਗੱਲ ਕਰ ਰਹੇ ਹਾਂ ਫ੍ਰੀ ਟ੍ਰੇਡ ਦੀ, ਅਸੀਂ ਚਾਹੁੰਦੇ ਹਾਂ ਕਿ ਅਸੀਂ ਪੋਜ਼ਿਟਿਵ ਆਊਟਕਮ ਮਿਲੇ, ਕਿ ਪੋਜ਼ਿਟਿਵ ਸੋਲੂਸ਼ਨਸ ਹੋਣ, ਕਿ ਜਿਹੜੀ NAFTA ਆ, ਜਿਹੜੀ ਫ੍ਰੀ ਟ੍ਰੇਡ ਐਗਰੀਮੈਂਟ ਹੈ US ਦੇ ਨਾਲ, ਉਹਨੂੰ ਇੰਪਰੂਵ ਕੀਤਾ ਜਾਵੇ। ਪਰ ਨਾਲੋਂ ਨਾਲ ਉਹ 100 ਫੁੱਟ ਲੰਬਰ ਦਾ ਇਸ਼ੂ ਚੱਲ ਪਿਆ ਜਿਸ ਦੇ ਨਾਲ ਸਾਡੀ ਇੰਡਸਟਰੀ ਨੂੰ ਅਟੈਕ ਕਰ ਰਿਹਾ। ਆਪਣੇ ਹੁਣੇ ਰੀਸੈਂਟਲੀ ਬੋਇੰਗ ਨੇ ਥਰੂ ਦ ਕਾਮਰਸ ਡਿਪਾਰਟਮੈਂਟ ਇਨ ਦ US 220% ਦਾ ਟੈਰਿਫ ਲਾਗੂ ਕੀਤਾ। ਸੋ ਇਹ ਚੀਜ਼ਾਂ ਬਿਗ ਪ੍ਰੋਬਲਮਸ ਆ, ਅਸੀਂ ਅਪੋਜ਼ ਕਰਦੇ ਹਾਂ। ਅਸੀਂ ਕਹਿੰਦੇ ਹਾਂ ਜਿਹੜੀ ਹੁਣ ਬੋਇੰਗ ਦੀ ਗੱਲ ਚੱਲੀ ਆ ਕਿ ਜੋ ਬੋਇੰਗ ਨੇ ਕੰਪਲੇਂਟ ਕੀਤੀ ਆ ਗਲਤ ਕੀਤੀ ਆ। ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜਿਹੜੇ ਅਸੀਂ ਕੰਪਨੀ ਦੇ ਨਾਲ ਡੀਲਿੰਗਸ ਕੀਤੀਆਂ ਆ ਬੰਬਾਰਡੀ ਦੇ ਨਾਲ ਆਰ ਕੰਸਿਸਟੈਂਟ ਵਿਦ ਇੰਟਰਨੈਸ਼ਨਲ ਟ੍ਰੇਡ ਲਾਅ, ਕਿ ਵੀ ਆਰ ਕੰਸਿਸਟੈਂਟ ਵਿਦ ਇੰਟਰਨੈਸ਼ਨਲ ਟ੍ਰੇਡ ਆਬਲੀਗੇਸ਼ਨਸ। ਸੋ ਅਸੀਂ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਨੇਗੇ। ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਵੋਰ ਆ ਜਾਂ ਟੈਰਿਫ ਆ ਜੇ ਸਾਡੇ 'ਤੇ ਲਾਉਂਦੇ ਫਿਰ ਅਸੀਂ ਉਹਨਾਂ 'ਤੇ ਲਾਉਂਦੇ ਹਾਂ, ਇਹ ਨੁਕਸਾਨ ਇਕੋਨਮੀ ਨੂੰ ਵੀ ਹੁੰਦਾ, ਇਹ ਨੁਕਸਾਨ ਜੌਬਸ ਨੂੰ ਵੀ ਹੁੰਦਾ, ਤੇ ਨੁਕਸਾਨ ਜਿਹੜੇ ਕੰਜ਼ਿਊਮਰਸ ਹੈ ਦੇ ਹੈਵ ਟੂ ਪੇ ਅ ਹਾਇਰ ਪ੍ਰਾਈਸ ਔਨ ਗੁੱਡਸ ਐਂਡ ਸਰਵਿਸਿਜ਼। ਸੋ ਇਹ ਸਾਰਿਆਂ ਨੂੰ ਨੁਕਸਾਨ ਹੁੰਦਾ ਹੈ ਕਿ ਅਸੀਂ ਪਿਛਲੇ 24 ਸਾਲਾਂ ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਕੀਤੀ ਆ, ਜਿਸ ਦੇ ਨਾਲ ਸਾਡੀ ਜਿਹੜੀ ਇਕੋਨਮੀ ਸੀਗੀ ਕੈਨੇਡਾ, ਮੈਕਸੀਕੋ ਐਂਡ ਯੂਨਾਈਟਿਡ ਸਟੇਟਸ ਰਲ ਮਿਲ ਕੇ $8 trillion ਇਨ 1994। ਹੁਣ ਸਾਡੀ ਹੈਗੀ ਹੈ 2016 ਦੇ ਵਿੱਚ ਕਲੋਜ਼ ਟੂ $21 trillion। ਸਾਡੀ ਇਕੋਨਮੀ ਤਕਰੀਬਨ 3 ਗੁਣਾ ਜ਼ਿਆਦਾ ਵੱਧ ਚੁੱਕੀ ਆ, ਇੰਨੀਆਂ ਜੌਬਸ ਕ੍ਰੀਏਟ ਹੋਈਆਂ, ਅਸੀਂ ਇੰਨੇ ਕੰਪੈਰੇਟਿਵ ਹੈ, ਸਾਡੇ ਜਿਹੜੀ ਚੀਜ਼ਾਂ ਇੱਥੇ ਬਣਾਉਂਦੇ ਆ ਦੂਜੇ ਮੁਲਕਾਂ ਨੂੰ ਵੇਚਦੇ ਆ, ਅਸੀਂ ਕਾਹਤੇ ਉਹਨੂੰ ਅੰਡਰਮਾਈਨ ਕਰਨਾ ਹੈ। ਸੋ ਅਸੀਂ ਜਿਹੜੀ ਇਨਫੋਰਮੇਸ਼ਨ ਹੈ ਪੇਸ਼ ਕਰ ਰਹੇ ਹਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਵੋਇਡ ਕੀਤਾ ਜਾਵੇ ਜਿਸ ਦੇ ਨਾਲ ਅਸੀਂ ਕਿਸੇ ਵੀ ਪੱਖੋਂ ਟ੍ਰੇਡ ਦੀ ਵਾਰ ਕਹਿ ਦਿਓ, ਤੁਸੀਂ ਕਹਿ ਦਿਓ, ਜੇ ਟ੍ਰੇਡ ਡਿਸਪਿਊਟਸ ਨੂੰ ਵਧਾਉਣਾ ਨਹੀਂ ਚਾਹੁੰਦੇ, ਘਟਾਉਣਾ ਚਾਹੁੰਦੇ ਹਾਂ ਜੀ। ਪਰ ਡਿਸਪਿਊਟ ਨੂੰ ਬੇਸ਼ੱਕ ਘਟਾਉਣਾ ਚਾਹੁੰਦੇ ਹੋ, ਲੇਕਿਨ ਜਦੋਂ ਇਹ ਬੋਇੰਗ ਦਾ ਇਸ਼ੂ ਆਇਆ, ਬੰਬਾਰਡੀਅਰ ਦੇ ਇਸ਼ੂ ਤੋਂ ਬਾਅਦ ਹੁਣ ਜਿਹੜਾ ਮਿਨਿਸਟਰ ਆਫ ਡਿਫੈਂਸ ਹਰਜੀਤ ਸੱਜਣ ਦਾ ਬਿਆਨ ਆਇਆ ਹੈ ਕਿ ਹੁਣ ਬੋਇੰਗ ਨੂੰ ਵੀ ਕੰਸੀਡਰ ਨਹੀਂ ਕੀਤਾ ਜਾਏਗਾ ਉਹਨਾਂ ਦੇ ਜੈਟਸ ਨੂੰ, ਤੇ ਵਾਰ ਇਜ਼ ਆਲਰੇਡੀ ਸਟਾਰਟਡ, ਤੇ ਪਰ ਤੁਸੀਂ ਕਹਿ ਰਹੇ ਹੋ ਕਿ ਡਿਸਪਿਊਟ ਨੂੰ ਸੈਟਲ ਕੀਤਾ ਜਾ ਰਿਹਾ। ਸੋ ਲੁੱਕ, ਦੋ ਚੀਜ਼ਾਂ ਹੁੰਦੀਆਂ ਜੀ। ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਜਿਹੜੀ ਇੰਡਸਟਰੀ ਆ ਤਾਂ ਜਿਹੜੇ ਆਪਣੇ ਲੋਕ ਇੱਥੇ ਕੰਮ ਕਰਦੇ ਏਅਰੋਸਪੇਸ ਸੈਕਟਰ 'ਚ 2 ਲੱਖ ਤੋਂ ਜ਼ਿਆਦਾ ਲੋਕ ਕੰਮ ਕਰਦੇ ਆ, ਕਿ ਵੀ ਹੈਵ देयर ਬੈਕ। ਅਸੀਂ ਡਿਫੈਂਡ ਕਰੋਗੇ ਆਪਣੀ ਇੰਡਸਟਰੀ ਨੂੰ ਜੀ, ਅਸੀਂ ਕੈਨੇਡਾ ਦੇ ਇੰਟਰਸਟ ਨੂੰ ਡਿਫੈਂਡ ਕਰੋਗੇ। ਸੋ ਕਲੀਅਰਲੀ ਜੇ ਬੋਇੰਗ ਨੇ ਹਟਣਾ ਹੀ ਨਹੀਂ, ਕਲੀਅਰਲੀ ਜੇ ਬੋਇੰਗ ਨੇ ਇਹ ਇੰਪੋਜ਼ ਕਰਕੇ ਟ੍ਰੇਡ ਡਿਸਪਿਊਟ ਨੂੰ ਤਾਂ ਅੱਗੇ ਵਧੀ ਜਾਣਾ ਆ, ਜਿਹੜੇ ਫਾਈਟਰ ਜੈਟ ਹੈ ਅਸੀਂ ਖਰੀਦਣੇ ਉਹਨਾਂ ਤੋਂ, ਫਿਰ ਅਸੀਂ ਹੋਰ ਆਪਸ਼ਨ ਦੇਖੋਗੇ। ਇਹ ਨਹੀਂਗਾ ਕਿ ਅਸੀਂ ਇੱਕ ਪਾਸੇ ਸਾਨੂੰ ਉਹ ਸੂਹ ਕਰਨ ਤੇ ਦੂਜੇ ਪਾਸੇ ਉਹਨਾਂ ਨਾਲ ਬਿਜ਼ਨਸ ਕਰੀਏ। ਇਹ ਸਾਡਾ ਵੀ ਆਪਣਾ ਤਜਰਬਾ ਹੈ, ਜੇ ਤੁਹਾਨੂੰ ਕੋਈ ਬਿਜ਼ਨਸ ਸੂਹ ਕਰੇ ਵੀ ਤੁਸੀਂ ਉਹਨਾਂ ਬਿਜ਼ਨਸ ਤਾਂ ਕਰਦੇ ਨਹੀਂ। ਸੋ ਅਸੀਂ ਇਹੀ ਕਹਿ ਰਹੇ ਬੋਇੰਗ ਨੂੰ ਕਿ ਜੇ ਤੁਸੀਂ ਇਹਨੂੰ ਸੋਲਵ ਕਰ ਲਓ ਕਿ ਇਹ ਜੇ ਤੁਸੀਂ ਸਟੈਪ ਲਿਆ ਗਲਤ ਲਿਆ ਆ ਤਾਂ ਅਸੀਂ ਤੁਹਾਡੇ ਨਾਲ ਫਾਈਟਰ ਜੈਟਸ ਖਰੀਦ ਲਵਾਂਗੇ, ਪਰ ਜੇ ਤੁਸੀਂ ਨਹੀਂ ਇਹਦਾ ਸੋਲੂਸ਼ਨ ਲੱਭਦੇ
ਤੇ ਤੁਸੀਂ ਟ੍ਰੇਡ ਡਿਸਪਿਊਟ ਨੂੰ ਵਧਾਈ ਜਾਂਦੇ ਆ ਫਿਰ ਅਸੀਂ ਹੋਰ ਆਪਸ਼ਨਸ ਦੇਖਾਂਗੇ। ਸੋ ਹਰਜੀਤ ਸੱਜਣ ਨੇ ਬਿਲਕੁਲ ਗੱਲ ਠੀਕ ਕਹੀ ਆ, ਅਸੀਂ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੇ ਪਰ ਅਸੀਂ ਕਲੀਅਰਲੀ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਹੋਰ ਆਪਸ਼ਨਸ ਵੀ ਪਰਸਿਊ ਕਰ ਸਕਦੇ ਹਾਂ। ਜੀ ਨਾਫਟਾ ਦੀ ਗੱਲ ਕਰੀਏ ਤਾਂ ਹਲੇ ਤਿੰਨੋਂ ਮਿਨਿਸਟਰਸ ਦੀ ਜਦੋਂ ਗੱਲਬਾਤ ਹੋਈ ਤਾਂ ਫਿਰ ਉਹਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ। ਹੁਣ ਜਦੋਂ ਵਾਸ਼ਿੰਗਟਨ ਵਿੱਚ ਨੈਕਸਟ ਮੀਟਿੰਗ ਹੋਣ ਜਾਣੀ ਹੈ ਕਿ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਸ ਵਿੱਚ ਕੋਈ ਨਾ ਕੋਈ ਸੋਲੂਸ਼ਨ ਨਿਕਲਦਾ ਨਜ਼ਰ ਆਏਗਾ, ਬਿਕੋਜ਼ ਜਦੋਂ ਵੀ ਕੋਈ ਮੀਟਿੰਗ ਹੋਈ ਹੈ ਗੱਲਬਾਤ ਤਾਂ ਹੁੰਦੀ ਹੈ ਬਟ ਕੋਈ ਰਿਜ਼ਲਟ ਸਾਹਮਣੇ ਨਹੀਂ ਹੈ। ਇਹ ਜਿਹੜੇ ਨੈਗੋਸ਼ੀਏਸ਼ਨਸ ਦੇ ਟੇਕ ਟਾਈਮ। ਅਗਸਤ 16 ਨੂੰ ਸ਼ੁਰੂ ਹੋਏ ਸੀ ਪਹਿਲਾ ਰਾਊਂਡ ਜੀ, ਇਹ ਤੀਜਾ ਰਾਊਂਡ ਹੋ ਕੇ ਹਟਿਆ ਜੀ ਐਂਡ ਹਜੇ ਸਿਰਫ 2 ਮਹੀਨੇ ਹੋਏ ਜਿਹੜੇ ਤੁਹਾਨੂੰ ਪਤਾ ਹੈ ਕਿ ਕਿੰਨੀ ਚੈਪਟਰ ਆ, ਕਿੰਨੀ ਵੱਡੀ ਇੰਡਸਟਰੀ ਆ, ਕਿੰਨੇ ਲੇਬਰ ਲਾਜ਼ ਜਾਂ এনवायरमेंटल ਲਾਜ਼ ਆ, ਵੈਰੀ ਕੰਪਲੈਕਸ ਟੈਕਸ ਸਿਸਟਮਸ, ਬਹੁਤ ਕੁਝ ਚੀਜ਼ਾਂ ਦੇ ਵਿੱਚ ਇਨਵੋਲਵ ਆ। ਸੋ ਸਾਨੂੰ ਪਤਾ ਕਿ ਇਟ ਟੇਕਸ ਟਾਈਮ। ਸੋ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇੱਕਦਮ ਰਿਜ਼ਲਟ ਨਹੀਂ ਮਿਲਣਾ। ਅਸੀਂ ਆਪਣਾ ਹੋਮਵਰਕ ਕਰ ਰਹੇ ਹਾਂ, ਅਸੀਂ ਇੰਡਸਟਰੀ ਨੂੰ ਇੰਗੇਜ ਕਰ ਰਹੇ ਹਾਂ, ਲੇਬਰ ਨੂੰ ਇੰਗੇਜ ਕਰ ਰਹੇ ਹਾਂ, ਸਿਵਲ ਸੁਸਾਇਟੀ ਨੂੰ ਇੰਗੇਜ ਕਰ ਰਹੇ ਹਾਂ। ਅਸੀਂ ਟੀਮ ਕੈਨੇਡਾ ਦਾ ਇੱਕ ਰੂਪ ਰੱਖਿਆ, ਅਸੀਂ ਸਾਰੇ ਸੂਬੇ ਨਾਲ ਰਲ ਮਿਲ ਕੇ ਕੰਮ ਕਰ ਰਹੇ ਹਾਂ। ਸੋ ਵੀ ਆਰ ਆਲਵੇਜ਼ ਰੈਡੀ, ਵੀ ਆਰ ਪ੍ਰੀਪੇਅਰਡ। ਅਸੀਂ ਨਹੀਂ ਚਾਹੁੰਦੇ ਕਿ ਕੱਲ੍ਹ ਨੂੰ ਸਾਡੇ ਕੋਈ ਉਂਗਲੀ ਚੱਕੇ ਕਿ ਤੁਹਾਡੇ ਕਰਕੇ ਟ੍ਰੇਡ ਡੀਲ ਨਹੀਂ ਹੋਇਆ ਜਾਂ ਤੁਸੀਂ ਪੈਰ ਘਸਾਉਂਦੇ ਆ। ਅਸੀਂ ਬਿਲਕੁਲ ਨਹੀਂ, ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਐਂਡ ਜਿੱਦਾਂ ਉਹ ਟੈਕਸ ਦੇ ਰਹੇ ਸਾਨੂੰ, ਜਿਹੜੀ ਇਨਫੋਰਮੇਸ਼ਨ ਪੇਸ਼ ਕਰ ਰਹੇ ਸੀ ਉਸ ਹਿਸਾਬ ਨਾਲ ਗੱਲਬਾਤ ਕਰੋਗੇ। ਸੋ ਫਾਰ ਪ੍ਰੋਗਰੈਸ ਇਜ਼ ਅ ਬਿਟ ਸਲੋ ਕਿਉਂਕਿ these are very complex issues। ਅਸੀਂ ਆਟੋਮੋਟਿਵ ਦੀ ਇੰਡਸਟਰੀ ਦੀ ਗੱਲ ਕਰ ਲਓ ਜੀ, ਰੂਲਸ ਆਫ origin ਆ, ਕਿੱਥੇ ਪਾਰਟਸ ਬਣਦੇ ਆ, ਕਿੱਥੇ ਅਸੈਂਬਲ ਹੋਣੇ, ਇਹਨਾਂ ਚੀਜ਼ਾਂ ਨੂੰ ਅਸੀਂ ਫਾਈਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੀ ਅੱਜ ਹੀ 2-3 ਆਟੋਮੋਟਿਵ ਕੰਪਨੀਜ਼ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਦੇ ਲਾਈਕ ਕੈਨੇਡਾਜ਼ ਪੋਜੀਸ਼ਨ, ਦੇ ਅੰਡਰਸਟੈਂਡ ਦੈਟ ਵੀ ਵਾਂਟ ਟੂ ਕੀਪ ਜੌਬਸ ਹੀਅਰ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਕੰਪੈਟੀਟਿਵ ਫੁੱਟਪ੍ਰਿੰਟ ਆ ਅਸੀਂ ਉਹਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਸੋ ਵੀ ਆਰ ਵਰਕਿੰਗ। ਇਹਦੇ ਰਿਜ਼ਲਟ ਕਦੋਂ ਆਉਗੇ ਸਮਾਂ ਦੱਸੂਗਾ, ਪਰ ਅਸੀਂ ਕਿਸੇ ਚੀਜ਼ ਨੂੰ ਲਾਈਟ ਨਹੀਂ ਲੈ ਰਹੇ ਐਂਡ ਵੀ ਆਰ ਵਰਕਿੰਗ ਵੈਰੀ ਵੈਰੀ ਹਾਰਡ। ਜੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿੰਨੇ ਇਸ਼ੂਜ਼ ਅਸੀਂ ਡਿਸਕਸ ਕੀਤੇ ਨੇ ਦੁਬਾਰਾ ਜਦੋਂ ਤੁਹਾਡੇ ਨਾਲ ਇੰਟਰਵਿਊ ਹੋਏ ਤਾਂ ਉਹਨਾਂ ਦੇ ਇੱਕ ਸੋਲੂਸ਼ਨਸ ਦੇ ਨਾਲ ਅਸੀਂ ਉਹ ਇੰਟਰਵਿਊ ਕਰੀਏ। ਥੈਂਕ ਯੂ ਸੋ ਮਚ ਫॉर ਟੇਕਿੰਗ ਆਊਟ ਯੂਰ ਟਾਈਮ ਐਂਡ ਵੀ ਵਿਸ਼ ਯੂ ਆਲ ਦ ਵੈਰੀ ਬੈਸਟ। ਹਾਂਜੀ, ਥੈਂਕ ਯੂ ਤੁਹਾਡਾ ਜੀ। And I want to take this opportunity to let all the listeners know, as the Member of Parliament for Mississauga Malton, I want to wish you a happy Diwali. Diwali is an incredible celebration, a festival of lights, and this is a Canadian celebration, and this is something that we should all be very proud of. So on behalf of myself, the Liberal Party, and the Prime Minister, the Right Honourable Justin Trudeau, मैं सारे ना अपने वालों again Diwali दी बधाई देना चाहता हूँ and wish you a happy Diwali. Thank you so much and wish you happy Diwali. Thank you so much.